ਸਤਿ ਸ਼੍ਰੀ ਅਕਾਲ, ਸਲਾਮ ਸਭ ਸਤਿਕਾਰਤ ਸੱਜਣਾਂ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦਿਆਂ ਜੁੜੇ ਨੇ ਟਿਵਾਣਾ ਰੇਡੀਓ ਤੇ ਟੀਵੀ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲੇ। ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਬਹੁਪੱਖੀ ਸ਼ਖਸੀਅਤ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਮਿਹਰਬਾਨੀ ਭੈਣ ਰਾਣੀ, ਬਹੁਤ ਬਹੁਤ ਧੰਨਵਾਦ। ਭਾਰਤ ਦਾ ਜਦੋਂ ਭੈਣ ਜੀ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਹ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ, ਤਖੱਲਸ ਦਿੰਦੇ ਹਾਂ, ਬਹੁਤ ਧਰਮਾਂ ਦਾ ਦੇਸ਼ ਹੈ। ਪਰ ਜਿਸ ਤਰ੍ਹਾਂ ਦੀ ਸਥਿਤੀ ਹੈ, ਧਰਮ ਜਦੋਂ ਬਣਿਆ ਤਾਂ ਧਰਮ ਇਸ ਤਰ੍ਹਾਂ ਦਾ ਸੀ ਕਿ ਜਦੋਂ ਦੇਸ਼ ਖਿੱਤੇ ਨਹੀਂ ਸੀਗੇ, ਇਲਾਕਾਈ ਜਿਹੜਾ ਵਸੇਬ ਸੀਗਾ, ਤੇ ਉਸ ਵਕਤ ਮਹਾਂਪੁਰਸ਼ਾਂ ਨੇ ਕੁਝ ਨਿਯਮ ਬਣਾਏ ਸੀ ਕਿ ਇਹ ਕਰਨਾ, ਇਹ ਜਾਇਜ਼, ਇਹ ਨਜਾਇਜ਼। ਸੋ ਉਸ ਮੁਤਲਕ ਭਾਵੇਂ ਕੌਂਸਟੀਟਿਊਸ਼ਨ ਕਾਨੂੰਨ ਬਣ ਕੇ ਅਮੈਂਡਮੈਂਟ ਹੋ ਰਹੀਆਂ ਨੇ, ਪਰ ਭਾਰਤ ਦੀ ਧਰਤੀ ਜਿਸ ਤਰ੍ਹਾਂ ਦਿੱਲੀ ਵੇਖੋ ਉਹ ਰੇਪ ਕੈਪੀਟਲ ਬਣ ਰਿਹਾ, ਤੇ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਯੂਪੀ ਦੇ ਵਿੱਚ ਹਾਲੀਆ ਫਤਿਹਪੁਰ ਚ ਬੜੀ ਮੰਦਭਾਗੀ ਘਟਨਾ ਮਾਈਨਰ ਨਾਲ ਰੇਪ, ਕਰਨਾਟਕਾ ਚ ਇਸ ਤਰ੍ਹਾਂ ਦੀਆਂ ਘਟਨਾਵਾਂ, ਕਿਤੇ ਨਾ ਕਿਤੇ ਸਿਆਸੀ ਸਾਰੋਕਾਰ ਵੀ ਇਸ ਦੇ ਵਿੱਚ ਮਜ਼ਹਬੀ ਹਿੰਸਾ ਦੇ ਬਣਦੇ ਨੇ। ਉੱਤਰਾਖੰਡ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ, 47 ਪਰਿਵਾਰ ਮੁਸਲਿਮ ਭਾਈਚਾਰੇ ਦੇ ਵਾਸਤੇ ਨੇ ਪਰੋਲਾ ਚ, ਜਿਨ੍ਹਾਂ ਚੋਂ 38 ਆਪਣਾ ਸਮਾਨ ਚੱਕ ਕੇ ਚਲੇ ਗਏ ਨੇ, ਉਹਨਾਂ ਨੂੰ ਖਾਲੀ ਕਰਨਾ ਪਿਆ। ਕਸ਼ਮੀਰ 'ਚ ਇਸ ਤਰ੍ਹਾਂ ਦੀ ਘਟਨਾ ਘਟੀ ਸੀ। ਇੰਨੇ ਸਖਤ ਕਾਨੂੰਨ ਬਣੇ ਨੇ, ਪੋਸਕੋ ਐਕਟ ਲੱਗਿਆ, ਦੇਸ਼ ਦੀਆਂ ਭਲਵਾਨ ਬੀਬੀਆਂ ਇਹਨਾਂ ਬਲਾਤਕਾਰੀਆਂ ਤੋਂ ਹਰ ਗਈਆਂ ਨੇ, ਇਸ ਸਿਸਟਮ ਤੋਂ ਹਰ ਗਈਆਂ ਨੇ। ਤੇ ਡਾਕਟਰ ਹਰਸ਼ਿੰਦਰ ਕੌਰ ਜੀ, ਕੀ ਮਹਿਸੂਸ ਕਰਦੇ ਹੋ ਭੈਣ ਜੀ ਕਿ ਇਹ ਮਾਨਸਿਕਤਾ ਕਿਉਂ ਵੱਧ ਰਹੀ ਹੈ ਇੰਡੀਆ ਦੇ ਵਿੱਚ ਵੀ ਖਾਸ ਕਰਕੇ? ਭਾਜੀ ਮੈਂ ਨਾ ਇਸ ਕਰਕੇ ਸਭ ਥਾਂ ਇਕੁਅਲੀ ਗਿਣਦੀ ਹਾਂ। ਹੁਣੇ ਟ੍ਰਿਬਿਊਨ ਦੇ ਵਿੱਚ ਵੀ ਜਿਹੜੀ 23 ਜਨਵਰੀ ਨੂੰ ਵੀ ਆਇਆ ਸੀ ਕਿ 11 ਸਾਲ ਦੀ ਬੱਚੀ ਨੂੰ ਸਨੌਰ ਦੇ ਵਿੱਚ ਸ਼ਨੀਵਾਰ ਰਾਤ ਨੂੰ ਜਿਸ ਤਰੀਕੇ ਚਲਦੀ ਕਾਰ ਵਿੱਚ ਉਹਦਾ ਵੀ ਬਲਾਤਕਾਰ ਕੀਤਾ ਗਿਆ। ਸੋ ਇਹਦਾ ਮਤਲਬ ਇਹੋ ਹੈ ਕਿ ਸਾਡੀ ਮਾਨਸਿਕਤਾ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਹੋਏ ਇੱਕੋ ਜਿਹੀ ਹੀ ਹੈ। ਮੇਰੇ ਕੋਲ ਅਰਜਨਟੀਨਾ ਦੀਆਂ ਵੀ ਨਿਊਜ਼ ਨੇ ਜਿੱਥੇ ਸਕੇ ਪਿਓ ਨੇ 13 ਸਾਲ ਬੇਟੀ ਨੂੰ ਆਪਣੇ ਹੇਠਲੇ ਯਾਨੀ ਘਰ ਦੇ ਹੇਠਲੇ ਥਾਂ ਤੇ, ਜਿੱਥੇ ਉਹਨਾਂ ਨੇ ਇੱਕ ਅਲੱਗ ਕਮਰਾ ਬਣਾਇਆ ਹੋਇਆ ਸੀ ਬੇਸਮੈਂਟ ਵਿੱਚ, ਉੱਥੇ ਉਹਨੂੰ ਕੈਦ ਕਰਕੇ ਰੱਖ ਕੇ ਉੱਥੇ ਵੀ ਉਹਦਾ ਬਲਾਤਕਾਰ ਕੀਤਾ। ਸੋ ਹਾਲ ਇਹ ਹੈ ਕਿ ਦੁਨੀਆ ਦਾ ਕੋਈ ਵੀ ਹਿੱਸਾ ਇਸ ਵੇਲੇ ਅਸੀਂ ਔਰਤ ਜ਼ਾਤ ਲਈ ਸੁਰੱਖਿਅਤ ਨਹੀਂ ਮੰਨ ਰਹੇ। ਜਿੱਥੇ ਗੱਲ ਆਪਾਂ ਕੀਤੀ ਭਾਰਤ ਦੀ, ਉੱਥੇ ਕੈਨੇਡੀਅਨ ਜਿਹੜੀਆਂ ਮੇਰੇ ਕੋਲ ਮੈਡੀਕਲ ਰਿਪੋਰਟਸ ਨੇ ਉਹ ਵੀ ਦੱਸਦੇ ਨੇ ਕਿ ਇਹੋ ਜਿਹਾ ਕਾਰਾ, ਜੋ ਕਿ ਸ਼ਾਇਦ ਪੂਰੇ ਦਾ ਪੂਰੀ ਰਿਪੋਰਟ ਪਤਾ ਨਹੀਂ ਨੈਟ ਤੇ ਤੁਹਾਨੂੰ ਮਿਲੇ ਜਾਂ ਨਾ ਮਿਲੇ, ਪਰ ਸਾਡੇ ਮੈਡੀਕਲ ਜਰਨਲ ਵਿੱਚ ਜੋ ਆਈ ਕਿ 1.5 ਲੱਖ ਨਾਲ ਭੱਦਾ ਵਿਹਾਰ ਕੀਤਾ ਗਿਆ 1 ਸਾਲ ਦੇ ਵਿੱਚ, ਜਿਸ ਵਿੱਚ ਰੇਪਸ ਵੀ ਕਾਫੀ ਸ਼ਾਮਲ ਸਨ ਤੇ ਉਹਨਾਂ ਵਿੱਚ ਮਾਈਨਰ ਵੀ ਸ਼ਾਮਲ ਸਨ। ਪਰ ਉਹਨਾਂ ਦੀਆਂ ਸਖਤ ਸਜ਼ਾਵਾਂ ਦੇ ਹੁੰਦਿਆਂ ਵੀ ਜੇ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਂ ਯੂਰਪ ਦੇ ਵਿੱਚ ਇਹ ਕਿਸੇ ਵੀ ਥਾਈਂ, ਜਿਨ੍ਹਾਂ ਨੂੰ ਅਸੀਂ ਅਗਾਂਹ ਵਧੂ ਮੁਲਕ ਗਿਣਦੇ ਹਾਂ, ਜਿੱਥੇ ਹਰ ਚੀਜ਼ ਦੀ ਪੁੱਲ ਹੁੰਦਿਆਂ ਵੀ ਜੇ ਉਹਨਾਂ ਥਾਵਾਂ ਤੇ ਵੀ ਇਹ ਚੀਜ਼ਾਂ ਨਹੀਂ ਰੁਕ ਸਕੀਆਂ, ਤਾਂ ਹੀ ਤੁਸੀਂ ਸਮਝ ਸਕਦੇ ਹੋ ਕਿ UN ਵੂਮਨ ਜਿਹਦਾ ਬੀਜਿੰਗ ਡੈਕਲੇਰੇਸ਼ਨ ਵਿੱਚ ਵੀ ਉਹਨਾਂ ਨੇ ਮੰਨ ਲਿਆ ਕਿ ਇਸ ਦੁਨੀਆ ਵਿੱਚ ਔਰਤ ਲਈ ਕੋਈ ਵੀ ਸੁਰੱਖਿਅਤ ਥਾਂ ਨਹੀਂ, ਭਾਵੇਂ ਉਹ ਕੁੱਖ ਹੋਵੇ ਤੇ ਭਾਵੇਂ ਆਪਣੀ ਘਰ ਦਾ ਪਿਛਵਾੜਾ ਹੋਵੇ, ਕਿਉਂਕਿ ਉੱਥੇ ਉਹਨੂੰ ਸਕਾ ਪਿਓ, ਮਾਮਾ, ਚਾਚਾ, ਤਾਇਆ ਕੋਈ ਵੀ ਛੱਡ ਨਹੀਂ ਰਿਹਾ। ਇਹ UN ਦੀ ਡੈਕਲੇਰੇਸ਼ਨ ਹੈ, ਜਿਹਦੇ ਵਿੱਚ ਇੱਕ ਖਾਸ ਅਹਿਮ ਪੁਆਇੰਟ ਸਾਂਝਾ ਕਰਦੇ ਹਾਂ ਜਿਹੜਾ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਉਹਨਾਂ ਨੇ ਕਿਹਾ ਵਿਕਸਿਤ ਮੁਲਕਾਂ ਦੇ ਅਸੀਂ 18 ਪਾਰਲੀਮੈਂਟਸ ਦੇ ਵਿੱਚ ਜਦੋਂ ਉਹਨਾਂ ਤੋਂ ਸਟੇਟਮੈਂਟਸ ਰਿਕਾਰਡ ਕੀਤੀਆਂ ਉਹਨਾਂ ਦੇ, ਤਾਂ ਪਤਾ ਲੱਗਿਆ ਕਿ ਇਹੋ ਜਿਹੀਆਂ 80 ਪਾਰਲੀਮੈਂਟੇਰੀਅਨ, ਜੋ ਕਿ ਜਿਨ੍ਹਾਂ ਚੋਂ ਕੁਝ ਮੰਤਰੀ ਵੀ ਸਨ ਔਰਤਾਂ, ਉਹ ਮੰਨੀਆਂ ਕਿ ਉਹਨਾਂ ਦੇ ਨਾਲ ਦੇ ਪਾਰਲੀਮੈਂਟੇਰੀਅਨ ਜੋ ਮੇਲ ਸਨ, ਉਹਨਾਂ ਨੇ ਨਾ ਸਿਰਫ ਭੱਦੇ ਰਿਮਾਰਕਸ ਉਹਨਾਂ ਨੂੰ ਕੀਤੇ, ਭੱਦੀ ਸ਼ਬਦਾਵਲੀ ਵਰਤੀ, ਰੇਪ ਥ੍ਰੈਟਸ ਵੀ ਦਿੱਤੇ ਤੇ ਮੈਨ ਹੈਂਡਲ ਕੀਤਾ, ਤੇ ਜਾਂ ਫਿਰ ਮਾੜੀ ਛੋਹ ਦੀਆਂ ਸ਼ਿਕਾਰ ਹੋਈਆਂ। ਅੰਦਾਜ਼ਾ ਲਾ ਲਿਓ 80% ਪਾਰਲੀਮੈਂਟੇਰੀਅਨ, ਤੁਸੀਂ ਹਿਸਾਬ ਲਾ ਲਓ ਕਿ ਜੇ ਉਹ ਮੰਤਰੀ ਜਿਨ੍ਹਾਂ ਵਿੱਚੋਂ ਵੀ ਬਣ ਚੁੱਕੀਆਂ ਨੇ, ਜੇ ਉਹ ਵੀ ਵਿਕਸਿਤ ਮੁਲਕਾਂ ਤੋਂ ਲੈ ਕੇ ਇੱਕ ਆਮ ਥਾਂ ਤੇ ਆ ਕੇ, ਜਿੱਥੇ ਮੈਂ ਸਿਰਫ 3 ਦਿਨ ਪਹਿਲਾਂ ਹੀ ਇਹ YouTube ਤੇ ਜਿਸ ਦੀ ਬੇਟੀ ਦੀ ਸ਼ਕਲ ਲੁਕਾ ਕੇ ਉਹਨੇ ਗੱਲ ਕੀਤੀ ਕਿ ਮੈਂ ਦਿਨ ਵਿੱਚ 12 ਜਣਿਆਂ ਦੀ ਸ਼ਿਕਾਰ ਬਣਾਈ ਜਾਂਦੀ ਸਾਂ, 10 ਰੁਪਏ ਦਿੱਤੇ ਜਾਂਦੇ ਸੀ, ਸਿਰਫ 10 ਰੁਪਏ। ਚੁੱਕੀ ਹੋਈ ਧੀ ਸੀ, ਕਿਉਂਕਿ ਆਇਡੈਂਟੀਟੀ ਉਹਦੀ ਲੁਕੋਈ ਹੋਈ ਸੀ, ਸੋ ਮੈਂ ਉਹਦਾ ਕਲੀਅਰ ਨਹੀਂ ਦੱਸ ਸਕਦੀ, ਪਰ ਇਹ ਹਾਲ ਸੀ
ਜਿਹੜੀ ਕਲਕੱਤੇ ਲਿਆ ਕੇ ਜਿਸ ਤਰੀਕੇ ਉਹਦੇ ਨਾਲ ਇਹ ਹਾਲ ਹੋਇਆ, ਤੁਸੀਂ ਅੰਦਾਜ਼ਾ ਲਾ ਲਓ। ਨਾਬਾਲਗ ਧੀਆਂ ਨੇ ਸਾਰੀਆਂ, ਤੇ ਕੀ ਅਸੀਂ ਹਾਲ ਤੇ ਲਿਜਾ ਰਹੇ ਹਾਂ। ਉਹਨਾਂ ਦੇ ਵਿੱਚ ਨੁਕਸ ਜਾਂ ਕਸੂਰ ਕੱਢਣ ਤੋਂ ਪਹਿਲਾਂ ਇਹ ਦੇਖੀਏ ਕਿ ਅਸੀਂ ਕਿੰਨੇ ਕੁ ਤਗੜੇ ਹੈਵਾਨ ਆ। ਸਾਡੇ ਉੱਪਰਲਾ ਇਨਸਾਨੀਅਤ ਦਾ ਮੁਖੌਟਾ ਦੇਖੋ ਜਰਾ, ਜਿਹੜਾ ਇੱਕ 50 ਜਾਂ 60 ਸਾਲ ਦਾ ਬੰਦਾ ਵੀ ਜੇ ਉਹ 12 ਸਾਲ ਦੀ ਬੇਟੀ ਨੂੰ ਹੰਡਾਉਣਾ ਚਾਹ ਰਿਹਾ ਤਾਂ ਜ਼ਰਾ ਸੋਚ ਕੇ ਵੇਖੀਏ ਅਸੀਂ ਕਿਸ ਕਿਸਮ ਦੀ ਵਿਦਿਆ, ਕਿਸ ਕਿਸਮ ਦਾ ਅਸੀਂ ਇਨਸਾਨੀਅਤ ਕਿਹਦੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਵਿਦੇਸ਼ ਦਾ ਜ਼ਿਕਰ ਕੀਤਾ, ਤੇ ਅੱਜ ਹੀ ਕੁਲਦੀਪ ਸਿੰਘ ਧਾਲੀਵਾਲ ਜੋ ਮਿਨਿਸਟਰ ਨੇ, ਉਹਨਾਂ ਨੇ ਇਰਾਕ ਤੋਂ ਇੱਕ ਕੁੜੀ ਨੂੰ ਵਾਪਸ ਬੁਲਾਇਆ, ਗੁਰਦਾਸਪੁਰ ਇਲਾਕੇ ਦੀ ਸੀ। ਪਿਛਲੇ ਦਿਨੀ ਲੰਡਨ ਦੇ ਵਿੱਚ ਵੀ ਇੱਕ ਘਟਨਾ ਘਟੀ ਸੀ। ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ, ਪ੍ਰੈਗਨੈਂਟ ਹੋ ਜਾਂਦੀਆਂ ਲੜਕੀਆਂ ਤੇ ਫਿਰ ਉਸ ਮਾਮਲੇ ਨੂੰ ਲੈ ਕੇ ਬੜਾ ਮਸਲਾ ਵਿਗੜ ਜਾਂਦਾ। ਪਿਛਲੇ ਦਿਨੀ ਲੰਡਨ ਦੇ ਵਿੱਚ 19 ਸਾਲ ਦੀ ਭਾਰਤੀ ਵਿਦਿਆਰਥਣ ਬॉयਫ੍ਰੈਂਡ ਨੇ ਲੰਡਨ ਦੇ ਵਿੱਚ ਆਪਣੀ ਯੂਨੀਵਰਸਿਟੀ ਦੀ ਰਿਹਾਇਸ਼ ਦੇ ਪਿਛਲੇ ਪਾਸੇ ਹੀ ਉਸ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਇਸ ਮਾਮਲੇ 'ਚ ਭਾਰਤੀ ਵਿਦਿਆਰਥਣ ਸਬੀਤਾ ਥਨਵਾਨੀ ਤੇ ਕਤਲ ਦੇ ਮਾਮਲੇ 'ਚ ਉਸਦੇ ਟਿਊਨੀਸ਼ੀਆ ਮੂਲ ਦੇ ਬॉयਫ੍ਰੈਂਡ ਨੂੰ ਦੋਸ਼ੀ ਠਹਿਰਾਇਆ ਗਿਆ। ਤੇ ਇਸ ਸੰਬੰਧੀ ਮਿਹਰ ਮਾਰੂਫ 23 ਸਾਲਾਂ ਨੇ ਪਿਛਲੇ ਸਾਲ ਮਾਰਚ 1922 ਦੇ ਵਿੱਚ ਲੰਡਨ ਦੇ ਕਲਰ ਕੈਨਵਲ ਇਲਾਕੇ ਦੇ ਵਿੱਚ ਆਪਣੀ ਪ੍ਰੇਮਿਕਾ ਸਬੀਤਾ ਥਨਵਾਨੀ ਦਾ ਗਲ ਵੱਢ ਕੇ ਕਤਲ ਕੀਤਾ ਸੀ। ਸੋ ਇਸ ਮਾਮਲੇ 'ਚ ਮਿਹਰ ਸ਼ਰੂਫ ਨੂੰ ਜਿਹੜਾ ਬੀਤੇ ਦਿਨ ਇਸ ਦਾ ਦੋਸ਼ੀ ਵੀ ਠਹਿਰਾਇਆ ਗਿਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋ ਕਿਤੇ ਨਾ ਕਿਤੇ ਮਜਬੂਰੀਆਂ ਹੋ ਜਾਂਦੀਆਂ ਨੇ। ਭਾਰਤੀ ਸੱਭਿਆ ਸੰਸਕ੍ਰਿਤੀ ਵਿੱਚ ਇਹ ਚੀਜ਼ਾਂ ਵੇਖਦੇ ਹਾਂ। ਥੋੜਾ ਜਿਹਾ ਮੈਂ ਤੁਹਾਡਾ ਮੈਡੀਕਲ ਨਜ਼ਰੀਏ ਤੋਂ ਡਾਕਟਰ ਸਾਹਿਬ ਜਾਣਨਾ ਚਾਹਾਂਗਾ। ਜੋ ਮੈਨੂੰ ਲੱਗਦਾ ਹੈ ਫੋਕਲੋਰ ਦੇ ਵਿੱਚ ਕਿ ਜਿਹੜਾ ਬੱਚਾ ਬਚਪਨ ਦੇ ਵਿੱਚ ਕਿਸੇ ਨਾਲ ਈਵਟੀਜ਼ ਕਰਦਾ, ਜਿਹੜਾ ਮੁੰਡਾ ਖਾਸ ਕਰਕੇ, ਜੇ ਉਸਦੇ ਘਰ ਦੇ ਉਦੋਂ ਉਹਦਾ ਛਿੱਤਰਪੌਲਾ ਨਹੀਂ ਕਰਦੇ ਜਾਂ ਜਾਣੀ ਉਹਨੂੰ ਵਰਜਦੇ ਨਹੀਂ, ਜਿਹੜਾ ਬਚਪਨ ਦੇ ਵਿੱਚ ਈਵਟੀਜ਼ਿੰਗ ਹੈ ਉਹ ਅੱਗੇ ਜਾ ਕੇ ਵਹਿਸ਼ਤੀ ਬਲਾਤਕਾਰ ਰੂਪ ਦੇ ਵਿੱਚ ਇਹ ਵਿਧੀ ਪਨਪਦੀ ਹੈ। ਇਹ ਵੀ ਇੱਕ ਕਾਰਨ ਬਣਦਾ ਕਿ ਬਚਪਨ ਦੇ ਵਿੱਚ ਜਿਹੜਾ ਡਿਸਕ੍ਰਿਮੀਨੇਸ਼ਨ ਜਾਂ ਉਸ ਕਰਕੇ ਉਹ ਲੜਕੀਆਂ ਨੂੰ ਈਵਟੀਜ਼ ਕਰਨਾ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਉਂ ਉਹ ਪਾਵਰਫੁਲ ਹੁੰਦਾ ਜਾਂਦਾ, ਫਿਰ ਉਹ ਮਸਲ ਪਾਵਰ ਯੂਜ਼ ਕਰਦਾ, ਜਬਰ ਜਨਾਹ ਵੱਲ ਦੀ ਫਿਰਤੀ ਉਹਦੇ ਦਿਮਾਗ 'ਚ ਉਦੋਂ ਹੀ ਜਾਗਦੀ ਹੈ ਜਦੋਂ ਉਹ ਈਵਟੀਜ਼ਿੰਗ ਸ਼ੁਰੂ ਕਰਦਾ। ਕੀ ਇਸ ਤਰ੍ਹਾਂ ਦੇ ਵੀ ਕਾਰਨ ਬਣਦੇ ਨੇ? ਭਾਜੀ ਇੰਨਾ ਸਿੰਪਲ ਮੈਕੈਨਿਜ਼ਮ ਨਹੀਂ ਹੈ, ਬਹੁਤ ਜ਼ਿਆਦਾ ਇਹ ਕੰਪਲੈਕਸ ਮੈਕੈਨਿਜ਼ਮ ਹੈ। ਮੈਂ ਬਹੁਤ ਪੁਰਾਣੀ ਤੁਹਾਨੂੰ ਸਿੱਖੀਜ਼ਮ ਦੀ ਹਿਸਟਰੀ 'ਚ ਵੀ ਜੇ ਲੈ ਜਾਵਾਂ ਤਾਂ ਬੀਬੀ ਸ਼ਮਸ਼ੇਰ ਕੌਰ ਜੋ ਸੀ ਉਹਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਉਦੋਂ ਬਚਾ ਕੇ ਮੁਗਲਾਂ ਦੀ ਕੈਦ 'ਚੋਂ ਵਾਪਸ ਲੈ ਕੇ ਆਏ ਸਨ। ਉਹ ਵੀ ਨਾਬਾਲਗ ਧੀ ਸੀ ਉਹਨਾਂ ਸਮਿਆਂ 'ਚ, ਤੇ ਵਾਪਸ ਲਿਆ ਕੇ ਜਦੋਂ ਉਹਨੂੰ ਵਸਾਉਣ ਲਈ ਉਹਦੇ ਆਪਣੇ ਸਕੇ ਪਿਓ ਜੋ ਉੱਥੇ ਪੰਡਤ ਜੀ ਸਨ ਉਹਨਾਂ ਨੂੰ ਦਿੱਤੀ ਤਾਂ ਪੂਰਾ ਪਿੰਡ ਵਿਰੋਧ ਕਰਨ ਆ ਗਿਆ ਸੀ ਸਮੇਤ ਸਕੇ ਪਿਓ ਦੇ। ਇਹ ਪਿੱਟੀਆਂ ਹੋਈਆਂ ਨੇ, ਚੁੱਕੀਆਂ ਗਈਆਂ ਤੇ ਇਹਨਾਂ ਨੂੰ ਅਸੀਂ ਨਹੀਂ ਅਪਣਾਉਣਾ। ਸੋ ਤੁਸੀਂ ਗੱਲ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਕਿ ਔਰਤ ਦੇ ਨਾਲ ਜਿੱਥੇ ਉਹਨੂੰ ਸੈਕੰਡ ਰੇਟ ਸਿਟੀਜ਼ਨ ਗਿਣਿਆ ਜਾਂਦਾ ਰਿਹਾ ਸਦੀਆਂ ਤੋਂ, ਜਿੱਥੇ ਉਹ ਹਮੇਸ਼ਾ ਹੀ ਅੱਤ ਦੇ ਜ਼ੁਲਮ ਸਹਿੰਦੀ ਅੱਗੇ ਆਈ, ਜਿਸ ਨੂੰ ਇੱਕ ਸਾਡੇ ਇਸ ਤਰੀਕੇ ਦੀ ਇਸ ਸਮਾਜ ਦੇ ਵਿੱਚ ਸੋਚ ਬਣੀ ਹੋਈ ਹੈ ਕਿ ਔਰਤ ਨੇ ਕਦੇ ਵੀ ਲੀਡ ਨਹੀਂ ਕਰਨਾ, ਇਹਨੇ ਸਿਰਫ ਪਿਛਾਂ ਹੀ ਪੈਰ ਰੱਖਣੇ ਨੇ। ਤਾਂ ਉਹ ਜਿਹੜਾ ਮਨ ਵਿੱਚ ਉਸੇ ਤਰੀਕੇ ਦਾ ਜੋ ਘਰਾਂ ਵਿੱਚ ਡੋਮੈਸਟਿਕ ਵਾਇਲੈਂਸ ਦੇਖਦੇ ਨੇ ਛੋਟੇ ਬੱਚੇ, ਜਾਂ ਉਹਨਾਂ ਨਾਲ ਉਹ ਟ੍ਰੀਟਮੈਂਟ ਜਿੱਥੇ ਵੀ ਤੂੰ ਬੈਠ ਜਾ ਬੇਟਾ ਤੇਰੀ ਭੈਣ ਲਿਆ ਕੇ ਪਾਣੀ ਦੇਗੀ, ਉਹ ਲਿਆ ਕੇ ਤੈਨੂੰ ਖਾਣਾ ਦੇਗੀ, ਤੋਂ ਲੈ ਕੇ ਜਿੱਥੋਂ ਤੱਕ ਉਹਨੇ ਅਗਾਂਹ ਤੁਰਨਾ ਹਰ ਲੈਵਲ ਤੇ ਉਹਨੇ ਦੇਖਣਾ ਸਮਾਜ ਦੇ ਵਿੱਚ ਇੱਕ ਵਿਤਕਰਾ ਹੁੰਦਾ ਜੋ ਉਹਦੇ ਬੜਾ ਇਨ ਡੈਪਥ ਉਹਦੇ ਮਾਨਸਿਕ ਵਿਕਾਰ ਬਣ ਜਾਂਦਾ। ਜੇ ਅਸੀਂ ਇਹ ਮੈਂ ਤੁਹਾਨੂੰ ਬਕਾਇਦਾ ਇੱਕ ਡਾਕਟਰੀ ਪੱਖੋਂ ਦੱਸ ਰਹੀ ਹਾਂ ਕਿ ਇਹਨਾਂ ਦੀ ਬ੍ਰੇਨ ਮੈਪਿੰਗ ਨਾਲ ਦੇਖਿਆ ਜਾ ਚੁੱਕਿਆ। ਜਿਹੜੇ ਘਰੇਲੂ ਹਿੰਸਾ ਦੇਖਦੇ ਰਹੇ ਹੋਣ ਜਾਂ ਆਪ ਕਦੇ ਸ਼ਿਕਾਰ ਹੋਏ ਹੋਣ, ਮਾਨਸਿਕ ਬਣਤਰ ਹੀ ਵਿਗੜ ਜਾਂਦੀ ਹੈ, ਜਿਸ ਨੂੰ ਤੁਸੀਂ ਕਰੋੜ ਵਾਰ ਵੀ ਸਮਝਾ ਲਓਗੇ ਉਹਨੇ ਠੀਕ ਨਹੀਂ ਹੋਣਾ, ਕਿਉਂਕਿ ਉਹਦੇ ਵਾਸਤੇ ਹੀ ਗੱਲ ਨਹੀਂ ਹੈ। ਮਾਨਸਿਕ ਵਿਗਾੜ ਪੈ ਚੁੱਕਾ, ਉਹਦੀ ਬਣਤਰ ਚ ਵਿੱਚ ਵਿਗਾੜ ਹੈ। ਸੋ ਇਸੇ ਲਈ ਜਿਹੜੇ ਸੀਰੀਅਲ ਰੇਪਿਸਟ ਬਣਦੇ ਨੇ ਜਾਂ ਸੀਰੀਅਲ ਜੋ ਕਿਲਰਸ ਬਣਦੇ ਨੇ, ਉਹਨਾਂ ਦੀ ਬ੍ਰੇਨ ਮੈਪਿੰਗ ਦੱਸ ਚੁੱਕੀ ਹੋਈ ਹੈ ਕਿ ਉਹ ਲਾ ਇਲਾਜ ਨੇ, ਤਾਂ ਹੀ ਦੁਨੀਆ ਭਰ ਵਿੱਚ ਤਾ ਉਮਰ ਉਹਨਾਂ ਨੂੰ ਜੇਲ੍ਹ ਵਿੱਚ ਟੱਕਿਆ ਜਾਂਦਾ ਕਿ ਇਹਨਾਂ ਨੂੰ ਕੱਢਣ ਦਾ ਬਿਲਕੁਲ ਕੋਈ ਫਾਇਦਾ ਨਹੀਂ, ਇਹਨਾਂ ਨੇ ਕਦੇ ਠੀਕ ਹੋਣਾ ਹੀ ਨਹੀਂ। ਹੁਣ ਇਹ ਚੀਜ਼ ਜਿੱਥੇ ਆਪਾਂ ਈਵ ਟੀਜ਼ਿੰਗ ਥੋੜੀ ਬਹੁਤ ਅਗਾਂਹ ਚਲੇ ਜਾਂਦੇ, ਉਸ ਤੋਂ ਪਹਿਲਾਂ ਹੀ ਜਦੋਂ ਬੱਚੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਮੈਂ ਇਹ ਸਭ ਵਿਤਕਰਾ ਜੋ ਦੇਖਦਾ ਆ ਰਿਹਾ ਉਸੇ ਦਾ ਇੱਕ ਹਿੱਸਾ ਬਣਿਆ,
ਉਹਦੇ ਨਾਲ ਉਹ ਜਦੋਂ ਸਕੂਲ ਵਿੱਚ ਜਾਂਦਾ ਜੇ ਉੱਥੇ ਇਹੀ ਵਿਤਕਰਾ ਦੇਖਦਾ। ਫਿਰ ਇੱਕ ਹੋਰ ਅਹਿਮ ਗੱਲ, ਕਿਉਂਕਿ ਆਪਾਂ ਅਗਰ ਹੋ ਕੇ ਆਂਦੀ, ਜੇ ਇਹੋ ਜਿਹੀ ਗੱਲ ਹੁੰਦੀ ਤਾਂ ਵਿਕਸਿਤ ਮੁਲਕਾਂ ਦੇ ਵਿੱਚ 1.5 ਲੱਖ ਦਾ ਰੇਪ ਦਾ ਵਿੱਚ ਜਾਂ ਉਹਨਾਂ ਦੇ ਨਾਲ ਮੈਨ ਹੈਂਡਲਿੰਗ ਜਾਂ ਇਸ ਤਰ੍ਹਾਂ ਦਾ ਸਰੀਰਕ ਸ਼ੋਸ਼ਣ ਗਿਣਿਆ ਜਾਣਾ, ਫਿਰ ਉਹ ਇਹ ਸਾਰੀਆਂ ਗੱਲਾਂ ਮਨਫੀ ਕਰ ਦਿੰਦਾ ਜੀ। ਇਹਦਾ ਮਤਲਬ ਉੱਥੇ ਜਿਹੜੇ ਮਿਡਲ ਕਲਾਸ ਲੈਵਲ ਦੇ ਜਿਹੜੇ ਅਮਰੀਕਾ ਜਾਂ ਕੈਨੇਡਾ ਦੇ ਜੇ ਉੱਥੋਂ ਦੇ ਵਸਨੀਕ, ਜਦੋਂ ਉਹਨਾਂ ਦੀਆਂ ਇੰਟਰਵਿਊ ਸਾਡੇ ਮੈਡੀਕਲ ਜਰਨਲ ਵਿੱਚ ਛਪਦੀਆਂ ਨੇ, ਉੱਥੇ ਅੱਜ ਵੀ ਉਹੀ ਸਿਚੁਏਸ਼ਨ ਹੈ। ਸੰਨ 2023 ਭਾਵੇਂ ਹੁਣ ਤੁਸੀਂ ਗਿਣ ਸਕਦੇ ਹੋ, ਪਰ ਉੱਥੇ ਅੱਜ ਵੀ ਉਹਨਾਂ ਨੂੰ, ਉੱਥੇ ਉਹਨਾਂ ਘਰਾਂ 'ਚ ਔਰਤਾਂ ਨੂੰ ਅਜੇ ਵੀ ਉਹਨਾਂ ਦੇ ਵਸਤਰਾਂ ਪਿੱਛੇ, ਉਹਨਾਂ ਦੇ ਬਿਹੇਵੀਅਰ ਪਿੱਛੇ, ਬਾਹਰ ਨਿਕਲਣ ਦਾ ਢੰਗ, ਕਿਸ ਤਰੀਕੇ ਬੈਠਣਾ, ਕਿਸ ਤਰੀਕੇ ਮੁਸਕਰਾਉਣਾ, ਯਾਨੀ ਉਹ ਇਨਗ੍ਰੇਨਡ ਚੀਜ਼ ਅੱਜ ਵੀ ਹਟੀ ਨਹੀਂ। ਤੇ ਲੋਕ ਅੱਜ ਵੀ ਵਿਕਸਿਤ ਮੁਲਕਾਂ 'ਚ ਵੀ ਕਹਿ ਦੇਣਗੇ ਵੀ ਉਹਦੇ ਕੱਪੜੇ ਘੱਟ ਸੀ ਫਿਰ ਉਹਦਾ ਰੇਪ ਹੋਣਾ ਹੀ ਸੀ, ਜਾਂ ਸਾਡੇ ਮੁਲਕ ਵਿੱਚ ਉਹਨੇ ਨੂਡਲਸ ਖਾਦੇ ਨੇ ਤਾਂ ਰੇਪ ਹੋਣਾ ਹੀ ਸੀ। ਅੱਜ ਤੱਕ ਕਦੇ ਇਹ ਨਹੀਂ ਕਿਹਾ ਜਾਂਦਾ ਕਿ ਰੇਪ ਕਰਨ ਵਾਲੇ 'ਚ ਕੋਈ ਕਸੂਰ ਹੈ। ਹਮੇਸ਼ਾ ਹੀ ਅਸੀਂ ਕਸੂਰ ਉਸ ਬੇਟੀ ਦਾ ਕੱਢਦੇ ਹਾਂ ਜਿਸ ਦਾ ਬਲਾਤਕਾਰ ਹੋਇਆ ਹੁੰਦਾ। ਭਲਾ ਦੱਸੋ, ਇੱਕ 3 ਵਰਿਆਂ ਦੀ ਬਾਲੜੀ ਦਾ ਜੇ ਬਲਾਤਕਾਰ ਹੁੰਦਾ ਜੇ ਤਾਂ ਕਸੂਰਵਾਰ ਫਿਰ ਵੀ ਉਸ ਬਾਲੜੀ ਦਾ ਕਿ ਉਹਨੂੰ ਫਰੋਕ ਕਿਉਂ ਪਾਈ ਸੀ। ਯਾਨੀ ਇਹ ਸਾਡੀ ਸਮਾਜ ਦੀ ਸੋਚ ਹੈ ਜਿਸ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਧਰਮ ਦਾ ਡਾਕਟਰ ਸਾਹਿਬ ਇਹਦੇ ਵਿੱਚ ਵੱਖ-ਵੱਖ ਧਰਮਾਂ ਦਾ ਕਿੱਦਾਂ ਰੋਲ ਰਿਹਾ? ਜਿਹੜੀ ਨਵੀਂ ਟ੍ਰੈਂਡਿੰਗ ਹੈ ਕਿ ਮਤਲਬ ਜੇ ਸੈਕਟਰੀ ਰੱਖਣੀ ਹੈ, ਕਮਿਊਨੀਕੇਸ਼ਨ ਸਕਿੱਲ, ਬਾਰ ਟੈਂਡਰ, ਸ਼ਰਾਬ ਦਾ ਵਰਤਾਵਾ, ਟਰੱਕ ਦੇ ਟਾਇਰਾਂ ਦੀ ਐਡ, ਇੰਜਨ ਦੀ ਐਡਵਰਟਾਈਜ਼, ਜਿਹਦਾ ਔਰਤ ਨਾਲ ਜਿਹੜੀਆਂ ਪ੍ਰੋਡਕਟ ਦਾ ਕੋਈ ਵਾਹ ਵਾਸਤਾ ਨਹੀਂ, ਉੱਥੇ ਵੀ ਔਰਤ ਪੇਸ਼ ਕੀਤੀ ਜਾਂਦੀ ਹੈ। ਇਹਨਾਂ 2 ਪੁਆਇੰਟਸ ਤੇ ਕੀ ਨਜ਼ਰੀਆ ਤੁਹਾਡਾ, ਤੇ ਕਿੱਦਾਂ ਇਸ ਜ਼ਹਿਨੀਅਤ ਨੂੰ ਬਦਲਣ ਦੇ ਵਾਸਤੇ ਕਿਸ ਤਰ੍ਹਾਂ ਦਾ ਕੋਈ ਕਾਉਂਸਲਿੰਗ ਜਾਂ ਸਜ਼ਾ ਜਾਂ ਕੀ ਪ੍ਰਾਵਧਾਨ ਸੂਟੇਬਲ ਨੇ? ਜੀ ਦੇਖੋ, ਮੈਂ ਥੋੜਾ ਜਿਹਾ ਸੌਖੇ ਤਰੀਕੇ ਸਮਝਾ ਦਿਆਂ ਕਿ ਜਿਵੇਂ ਜਦੋਂ ਅਸੀਂ ਗੱਲ ਕਰਦੇ ਆ ਨਾ ਪੰਜਾਬੀ, ਇਹ ਸ਼ਬਦ ਜਦੋਂ ਕਿ ਇੰਟਰਨੈਸ਼ਨਲ ਲੈਵਲ ਤੇ, ਮੈਂ ਬਹੁਤ ਸਾਰੇ ਇੰਟਰਨੈਸ਼ਨਲ ਜਿਨ੍ਹਾਂ ਵਿੱਚ ਕਿ ਪੰਜਾਬੀ ਨਹੀਂ ਹੁੰਦੇ, ਉਹੀ ਜੇ ਥਾਵਾਂ ਤੇ ਸੈਮੀਨਾਰ ਯਾਨੀ UN ਵਿੱਚ ਜਾਂ ਹੋਰ ਥਾਵਾਂ ਤੇ ਜਿੱਥੇ ਵੀ ਦਿੱਤੇ, ਮੈਂ ਤੁਹਾਨੂੰ ਇੱਕ ਵੱਡੀ ਸੋਚ ਜੋ ਦੁਨੀਆ ਭਰ ਵਿੱਚ ਪਨਪ ਚੁੱਕੀ ਹੋਈ ਹੈ ਉਹਦਾ ਬਾਰੇ ਦੱਸਣੀ ਹੈ ਕਿ ਜੇ ਲਫ਼ਜ਼ ਵਰਤੋਗੇ ਨਾ ਵੀ ਇਹ ਪੰਜਾਬੀ ਨੇ, ਉਹਨਾਂ ਦੇ ਦਿਮਾਗ ਵਿੱਚ ਇੱਕੋ ਗੱਲ ਸਿੱਧੀ ਫਲੈਸ਼ ਕਰਦੀ ਜੇ ਅੱਛਾ ਇਹ ਤਾਂ ਫਿਰ ਐਗਰੀਕਲਚਰ ਨਾਲ ਰਿਲੇਟਡ ਨੇ, ਇਹਨਾਂ ਦੇ ਦਿਮਾਗ ਵਾਲਾ ਕੰਮ ਹੈ ਨਹੀਂ। ਯਾਨੀ ਇਹ ਚੀਜ਼ ਉਹਨਾਂ ਦੇ ਇਨਗ੍ਰੇਨ ਹੋ ਗਈ, ਲੋਕਾਂ ਦੇ ਸਮਝਾ ਦਿੱਤਾ ਗਿਆ ਪੰਜਾਬ ਮੀਨਸ ਐਗਰੀਕਲਚਰ। ਉਸ ਸਿੱਖ, ਹਿੰਦੂ, ਮੁਸਲਮਾਨ, ਈਸਾਈ ਕੋਈ ਲੈਣਾ ਦੇਣਾ ਨਹੀਂ, ਪੰਜਾਬੀ ਹੈ ਤਾਂ ਭਾਈ ਫਿਰ ਇਹਦਾ ਤਾਂ ਕੰਮ ਉੱਥੇ ਹੀ ਹੈ। ਸੋ ਇਹ ਬਿਲਕੁਲ ਇਨ ਬਿਨ ਇਸੇ ਤਰ੍ਹਾਂ ਤੁਸੀਂ ਕਿੰਨਾ ਹੀ ਸਿਖਰਲਾ ਇੰਟੈਲੈਕਟ ਹੋਵੇ, ਪੰਜਾਬੀ ਸੁਣਦਿਆਂ ਅਗਲੇ ਉਹ ਤੁਹਾਡੇ ਉੱਤੇ ਥੋੜੀ ਜਿਹੀ ਸਮਾਈਲ ਕਰ ਦਿੰਦੇ ਨੇ ਕਿ ਅੱਛਾ ਤੁਸੀਂ ਐਕਸੈਪਸ਼ਨਲ ਭਾਵੇਂ ਨਿਕਲ ਆਏ ਹੋਗੇ, ਪਰ ਜ਼ਿਆਦਾਤਰ ਤਾਂ ਉਹੀ ਨੇ। ਐਗਜ਼ੈਕਟਲੀ ਸੇਮ ਔਰਤ ਦੇ ਉੱਤੇ ਇਹ ਲਾਗੂ ਕਰ ਦਿੱਤਾ ਗਿਆ ਕਿ ਇਹ ਵਰਤਣ ਵਾਲੀ ਸ਼ੈ ਹੈ, ਇਸ ਨੂੰ ਸਿਰਫ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਸ ਨੂੰ ਆਪਣੇ ਸਿਰ ਤੇ ਨਹੀਂ ਬਿਠਾਉਣਾ। ਮੈਂ ਬੜੀ ਇੱਕ ਪਰਸਨਲ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੰਨੀ ਆ ਕਿ ਜਿਸ ਪੱਧਰ ਤੇ ਅਸੀਂ, ਮੇਰੇ ਹਸਬੈਂਡ ਡਾਕਟਰ ਗੁਰਪਾਲ ਸਿੰਘ ਦਾ ਜੋ ਸਾਡਾ ਰਿਲੇਸ਼ਨ, ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਇਕੁਐਲਿਟੀ ਹਰ ਥਾਂ ਤੇ ਸਾਡੀ ਰਵੇ, ਇੱਕ ਦੂਜੇ ਨੂੰ ਕਿਤੇ ਦੱਬਣਾ ਨਹੀਂ, ਬਰਾਬਰੀ ਦਾ ਹੋਵੇ। ਫਿਰ ਵੀ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਦੇ ਦਿਨ ਵੀ ਬਹੁਤ ਸਾਰੇ ਵੀਰ ਮੇਰੇ ਹੀ ਪਤੀ ਦੇ ਕੰਨ ਵਿੱਚ ਫੂਕ ਮਾਰ ਦੇਣਗੇ, ਉਹ ਔਰਤ ਨੂੰ ਕਾਬੂ 'ਚ ਰੱਖੀਦਾ, ਤੁਸੀਂ ਕਿਉਂ ਇਸ ਤਰ੍ਹਾਂ ਇਹਨਾਂ ਨੂੰ ਮੀਡੀਆ ਤੇ ਜਾਣ ਦੀ ਇਜਾਜ਼ਤ ਦੇ ਰਹੇ ਹੋ। ਇਹ ਮੈਂ ਤੁਹਾਨੂੰ ਹਕੀਕਤ ਬਿਆਨ ਕਰ ਰਹੀ ਹਾਂ। ਤਾਂ ਮੈਂ ਤੁਹਾਨੂੰ ਦੱਸਣਾ ਚਾਹ ਰਹੀ ਹਾਂ ਕਿ ਕਿਸੇ ਵੀ ਲੈਵਲ ਤੇ ਤੁਸੀਂ ਚਲੇ ਜਾਓ। ਹੁਣ ਇੱਕ ਮੈਂ ਕੈਨੇਡਾ ਦੀ ਮਿਨਿਸਟਰ ਦੀ ਗੱਲ ਕਰਨਾ ਚਾਹਾਂਗੀ। ਮੈਂ ਉਹਨਾਂ ਨੂੰ ਆਟਵਾ 'ਚ ਮਿਲੀ ਸਾਂ। ਉਹ ਲੇਡੀ ਮਿਨਿਸਟਰ ਉਦੋਂ ਸਨ, ਮੈਂ ਗੱਲ ਥੋੜੀ ਪੁਰਾਣੀ ਕਰ ਰਹੀ ਹਾਂ, 10-11 ਸਾਲ ਪੁਰਾਣੀ, ਮੈਂ ਉੱਥੇ ਹੀ ਸਾਂ। ਤੇ ਉਹਨਾਂ ਨੂੰ ਜਦੋਂ ਅਸੀਂ ਮਿਲੇ ਇੱਕ ਥਾਂ ਤੇ ਇਕੱਠੇ, ਮੇਰਾ ਉੱਥੇ ਲੈਕਚਰ ਸੀ ਤਾਂ ਅਸੀਂ ਗੱਲਬਾਤ ਕਰਨ ਲੱਗੇ। ਉਸ ਤੋਂ ਬਾਅਦ ਉਹਨਾਂ ਨੇ ਕੁਝ ਖਾਣ ਲਈ ਜੋ ਸਨੈਕਸ ਵਗੈਰਾ ਰੱਖੇ ਸਨ ਤੇ ਮੇਰਾ ਉੱਥੇ ਟਾਕ ਹੀ ਇਹਦੇ ਤੇ ਸੀ। ਮੈਂ ਉੱਥੇ ਸਾਊਦੀ ਅਰਬ ਵਿੱਚ ਵੀ ਜੋ ਔਰਤਾਂ ਨਾਲ ਹੋਇਆ ਜਾਂ ਸਾਰੀਆਂ ਇਹਨਾਂ ਇਸ ਤਰ੍ਹਾਂ ਗੱਲ ਕਰ ਰਹੇ ਸਾਂ ਤੇ ਮੈਨੂੰ ਕਹਿਣ ਲੱਗੀ, ਤੈਨੂੰ ਆਈਡੀਆ ਹੈ ਕਿ ਇਸ ਮੁਲਕ ਵਿੱਚ ਕੀ ਹੋ ਰਿਹਾ? ਮੈਂ ਕਿਹਾ ਹਾਂਜੀ, ਸਾਡੇ ਕੋਲ ਜਰਨਲਸ ਆ ਜਾਂਦੇ ਨੇ, ਪਤਾ ਕੀ ਹੋ ਰਿਹਾ। ਸ਼ੀ ਵਾਜ਼ ਅ ਮਿਨਿਸਟਰ ਦੇਅਰ। ਮੈਨੂੰ ਕਹਿਣ ਲੱਗੇ, ਡਾਕਟਰ ਸਾਹਿਬ, ਮਤਲਬ ਡਾਕਟਰ ਸਾਹਿਬ ਤਾਂ ਮੈਂ ਉਂਝ ਆਪ ਕਨਵਰਟ ਕਰਕੇ ਕਹਿ ਰਹੀ ਹਾਂ, ਉਹਨਾਂ ਨੇ ਤਾਂ ਜਿਵੇਂ ਡਾਕ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਡੂ ਯੂ ਨੋ ਕਿ ਮੈਂ ਵੀ ਇੱਥੇ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਹੋਈ ਹਾਂ। ਤੁਸੀਂ ਯਕੀਨ ਨਹੀਂ ਮੰਨਣਾ, ਮੇਰੇ ਹੱਥੋਂ ਉਹ ਡਿੱਗਦਾ ਹੀ ਜੂਸ
ਬਚਿਆ ਵੀ ਇਹ ਮਿਨਿਸਟਰ ਇੱਕ ਕੈਨੇਡਾ ਦੇ ਵਿੱਚ ਬੈਠੀ ਹੈ, ਮੈਨੂੰ ਕੀ ਦੱਸ ਰਹੀ ਹੈ। ਤੇ ਮੇਰਾ ਕੁਦਰਤੀ ਸਵਾਲ ਅਗਲਾ ਇਹ ਸੀ ਵੀ ਅੱਛਾ ਤੇ ਤੁਸੀਂ ਫਿਰ ਉਹ ਕਿੱਥੇ ਜੇਲ੍ਹ ਚ ਪਾਤਾ ਹੋਣਾ ਉਹਨੂੰ? ਕਹਿੰਦੇ ਨਹੀਂ, ਮੈਂ ਕੋਈ ਵੀ ਐਕਸ਼ਨ ਨਹੀਂ ਲਿਆ। ਹੁਣ ਮੇਰੇ ਲਈ ਉਸ ਤੋਂ ਵੀ ਵੱਧ ਧੱਕਾ ਸੀ ਵੀ ਕਿਉਂ। ਤੇ ਉਹ ਕਹਿਣ ਲੱਗੇ ਵੀ ਮੇਰਾ ਕਿਉਂਕਿ ਜੋ ਰੁਤਬਾ ਹੈ ਖੁੱਸ ਜਾਣਾ ਸੀ ਤੇ ਮੈਂ ਆਪਣੀ ਚੇਅਰ ਵਾਸਤੇ ਸਾਰਾ ਕੁਝ ਬਰਦਾਸ਼ਤ ਕੀਤਾ। ਮੈਂ ਇਹ ਬਹੁਤ ਇੰਪੋਰਟੈਂਟ ਨੁਕਤਾ ਤੁਹਾਡੇ ਸਾਹਮਣੇ ਲਿਆਉਣ ਲੱਗੀ ਹਾਂ। ਇਹਦਾ ਮਤਲਬ ਸਮਝ ਲਓ ਕਿ ਇੱਕ ਵਿਕਸਿਤ ਮੁਲਕ ਦੀ ਮਿਨਿਸਟਰ ਜੇ ਆਪਣੇ ਰੁਤਬੇ ਨੂੰ ਕਾਇਮ ਰੱਖਣ ਲਈ ਵੀ ਮੈਂ ਇਹਨੂੰ ਮੇਰਾ ਇਸ ਕੁਰਸੀ ਨਾ ਖੁੱਸ ਜਾਏ ਉਹ ਬਰਦਾਸ਼ਤ ਉਸ ਥਾਂ ਤੇ ਕਰ ਰਹੀ ਸੀ, ਤਾਂ ਸਮਝ ਰਹੇ ਹੋ ਕਿ ਬਹੁਤ ਵੱਡੀਆਂ ਅਹੁਦਿਆਂ ਤੇ ਬੈਠੀਆਂ, ਜਿਨ੍ਹਾਂ ਚੋਂ ਮੈਂ ਨਾਮ ਨਹੀਂ ਲੈ ਸਕਦੀ, ਕੁਝ ਬਹੁਤ ਸੀਨੀਅਰ IAS ਆਫਿਸਰ ਜਿਨ੍ਹਾਂ ਨਾਲ ਮੇਰਾ ਵਾਬਸਤਾ ਰਿਹਾ, ਉਹਨਾਂ ਦੇ ਵੀ ਇਹੀ ਚੀਜ਼ ਮੈਂ ਸੁਣੀ ਕਿ ਉਹਨਾਂ ਨੂੰ ਕਿਸ ਤਰੀਕੇ ਮੈਲ ਟਰੀਟ ਘਰਾਂ ਵਿੱਚ ਕੀਤਾ ਜਾਂਦਾ ਰਿਹਾ। ਉਹਨਾਂ ਦੇ ਹਾਲਾਂਕਿ ਹਸਬੈਂਡ ਵੀ IAS, ਉਹ ਆਪ ਵੀ IAS, ਫਿਰ ਵੀ ਮੈਲ ਟਰੀਟਮੈਂਟ ਦੇ ਸ਼ਿਕਾਰ ਹੁੰਦੇ ਰਹੇ ਤੇ ਉਹ ਗੱਲਾਂ ਦੱਬ ਜਾਂਦੀਆਂ ਰਹੀਆਂ ਕਿਉਂਕਿ ਅੱਜ ਵੀ ਇਨਗ੍ਰੇਨਡ ਔਰਤ ਦੇ ਅੰਦਰ ਵੱਡੀ ਗਿਣਤੀ ਔਰਤ ਦੇ ਅੰਦਰ ਇਨਗ੍ਰੇਨ ਕੀਤਾ ਹੋਇਆ ਵੀ ਘਰ ਵਸਾਉਣਾ ਤਾਂ ਸਮਾਜ ਇੱਜ਼ਤ ਦੇਏਗਾ। ਤਾਂ ਇਹੋ ਜਿਹੀਆਂ ਚੀਜ਼ਾਂ ਜਰ ਜਾਓ, ਦੜ ਵੱਟ ਲਓ ਤਾਂ ਇਹ ਜ਼ਮਾਨਾ ਕੱਟੋ ਜਿਵੇਂ ਮਰਜ਼ੀ। ਸੋ ਇੱਕ ਅਹਿਮ ਨੁਕਤਾ ਜੇ ਜਿੱਥੇ ਬਹੁਤ ਉੱਚੀਆਂ ਪੋਸਟਾਂ ਤੇ ਬੈਠੀਆਂ ਵੀ ਇਹ ਸਭ ਕੁਝ ਜਰ ਰਹੀਆਂ ਨੇ ਦੀ ਥਾਂ ਤੇ ਦੋਨਾਂ ਨੂੰ ਇਕੁਅਲ ਤੁਸੀਂ ਰਸੋਈ ਵਿੱਚ ਆਓ ਜੀ, ਦੋਨੋਂ ਇਕੱਠੇ ਰਲ ਕੇ ਅੱਜ ਰੋਟੀ ਬਣਾਓ ਤੇ ਇਕੱਠੇ ਸਰਵ ਕਰੋ ਤੇ ਇਕੱਠੇ ਭਾਂਡੇ ਚੁੱਕ ਕੇ ਲਿਜਾਓ। ਜਦ ਤੱਕ ਅਸੀਂ ਇਹ ਤਬਦੀਲੀ ਨਹੀਂ ਲਿਆਉਂਦੇ ਇਸੇ ਤਰ੍ਹਾਂ ਕੰਮਕਾਰ ਵਾਲੀ ਥਾਂ ਤੇ ਜੇ ਬਾਹਰਲੇ ਮੁਲਕਾਂ ਵਿੱਚ ਇੱਕ ਮਿਨਿਸਟਰ ਆਪਣਾ ਕੱਪ ਆਪ ਚੁੱਕ ਕੇ ਧੋ ਸਕਦਾ ਤਾਂ ਫਿਰ ਕਿਉਂ ਆਖਰ ਸਾਡੇ ਮੁਲਕ ਵਿੱਚ ਇਹ ਚੀਜ਼ਾਂ ਦੀ ਲੋੜ ਹੈ ਕਿ ਸਾਨੂੰ ਸਰਵੈਂਟਸ ਦੀ ਲੋੜ ਹੈ। ਇਹ ਜਿਹੜੀ ਡਿਸਕ੍ਰਿਮੀਨੇਸ਼ਨ ਅਸੀਂ ਕਰੀ ਜਾ ਰਹੇ ਹਾਂ ਨਾ, ਇਹਨੂੰ ਖਤਮ ਕਰਨ ਦੀ ਲੋੜ ਹੈ ਤਾਂ ਕਿ ਸਾਰੇ ਇਕੁਅਲ ਬਰਾਬਰ ਦੇ ਯਾਨੀ ਅਸੀਂ ਸਮਝ ਸਕੀਏ ਵਾਕਈ ਇਹ ਯਾਨੀ ਨਵੀਂ ਪਨੀਰੀ ਤੋਂ ਸ਼ੁਰੂ ਕਰਨਾ ਪਏਗਾ। ਹੁਣ ਵੇਖੋ ਇਹ ਤਬਦੀਲੀ ਕਿਵੇਂ ਆਉਂਦੀ ਜੇ ਜਦੋਂ ਇੱਕ ਚੇਂਜ ਵੇਖਦੇ ਆ ਵੀ ਔਰਤ ਪੜ੍ਹ ਲਿਖ ਕੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਕੇ ਉਹ ਸਿੰਗਲ ਰਹਿਣਾ ਚਾਹ ਰਹੀ ਹੈ, ਪੂਰੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣਾ ਚਾਹ ਰਹੀ ਹੈ ਤਾਂ ਉਹਦੇ ਵਿੱਚ ਕੀ ਚੇਂਜ ਆਉਂਦੀ ਜੇ? ਜਿਗੋਲੋਜ਼ ਉੱਥੇ ਸ਼ੁਰੂ ਹੋ ਚੁੱਕੇ, ਯਾਨੀ ਉਹ ਮੁੰਡਿਆਂ ਨੂੰ ਹਾਇਰ ਕਰਨ ਲੱਗ ਗਈਆਂ ਨੇ ਤੇ ਉਹਨਾਂ ਵਿੱਚ ਉਹ ਆਪਣੇ ਆਪ ਨੂੰ ਸਮਝਦੀਆਂ ਨੇ ਕਿ ਮੈਂ ਹੁਣ ਤਾਂ ਹੀ ਮੇਰੀ ਟੌਰ ਹੋਏਗੀ ਜੇ ਮੈਂ ਲੋਕਾਂ ਨੂੰ ਦਿਖਾ ਸਕਾਂ ਵੀ ਮੈਂ ਇੱਕ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਮੁੰਡਾ ਵਕਤੀ ਤੌਰ ਤੇ ਖਰੀਦ ਸਕਦੀ ਹਾਂ। ਇਹ ਦੋਨੋਂ ਪਾਸੇ ਮੈਨੂੰ ਐਬਨੋਰਮਲ ਗਿਣ ਰਹੀ ਹਾਂ। ਟਰਾਈ ਟੂ ਅੰਡਰਸਟੈਂਡ ਇੱਕ ਡਾਕਟਰੀ ਪੱਖੋਂ ਤੇ ਇਹ ਵਰਤਾਰਾ ਠੀਕ ਨਹੀਂ ਤਾਂ ਉਹ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਾਂ, ਇਦਾਂ ਡਾਕਟਰ ਸਾਹਿਬ ਬਹੁਤ ਸਾਰੀਆਂ ਟਿਕਟੋਕਰ ਪੰਜਾਬੀ ਬੀਬੀਆਂ ਨੇ ਜਿਹੜੀਆਂ ਸੋਸ਼ਲ ਸਾਈਟਸ ਤੇ ਇਸ ਤਰ੍ਹਾਂ ਦਾ ਕੁਝ ਬੋਲਦੀਆਂ ਨੇ ਜਿਹੜਾ ਮਤਲਬ ਬੰਦੇ ਤੋਂ ਵੀ ਨਹੀਂ ਉਮੀਦ ਕੀਤੀ ਜਾ ਸਕਦੀ, ਹਨਾ। ਤੇ ਉਹ ਆਪਣੀ ਟੈਲੀਵਿਜ਼ਨ ਰੇਟਿੰਗ ਜਾਂ ਖਾਸ ਕਰਕੇ ਸਾਡੀਆਂ ਫਿਲਮਾਂ ਦੇ ਵਿੱਚ ਔਰਤਾਂ ਗਾਲਾਂ ਕੱਢਦੀਆਂ ਨੇ, ਕਮੇਡੀ ਦੇ ਨਾਂ ਤੇ ਵਲਗੈਰਿਟੀ ਹੈ। ਸੋ ਉੱਥੇ ਫਿਰ ਔਰਤ ਦਾ ਪੀੜਤ ਪੱਖ ਵੀ ਨਹੀਂ ਕਿਹਾ ਜਾ ਸਕਦਾ, ਉਹਦਾ ਉਹ ਵਿਕਟਮ ਕਾਰਡ ਵੀ ਜਾਇਜ਼ ਨਹੀਂ ਹੈ ਜੀ। ਬਿਲਕੁਲ ਠੀਕ ਹੈ ਜੀ, ਕਿਉਂਕਿ ਜੇ ਉਹ ਤੁਸੀਂ ਦੇਖੋ ਨਾ ਹੱਦ ਕੱਲੀ ਔਰਤ ਲਈ ਨਹੀਂ, ਹੱਦ ਮਰਦ ਲਈ ਵੀ। ਤੁਹਾਡੀ ਆਪਾਂ ਸਰੋਤਿਆਂ ਦੀ ਜਾਣਕਾਰੀ, ਮੇਰਾ ਇੱਕ ਦੋਸਤ ਆ ਦਸ਼ਰਥ ਦੇਵੜਾ, ਸੋ ਰਾਜਾ ਦਸ਼ਰਥ ਵੀ ਕਿਸੇ ਹੱਦ ਤੱਕ ਪੀੜਤ ਸੀ, ਜਿਸ ਤਰ੍ਹਾਂ ਕਈ ਨੇ ਵਰ ਮੰਗਿਆ, ਚਲੋ ਇਹ ਚੀਜ਼ਾਂ ਨੇ, ਬਣਵਾਸ ਮਿਲਿਆ ਮਰਿਆਦਾ ਪੁਰਸ਼ੋਤਮ ਨੂੰ। ਉਸ ਬੰਦੇ ਦਾ ਨਾਂ ਵੀ ਇਤਫਾਕਨ ਦੇਵੜਾ ਸੀਗਾ, ਹੈਨਾ, ਤੇ ਉਹ ਗੁਜਰਾਤ ਦਾ ਰਹਿਣ ਵਾਲਾ ਸੀ, ਅਹਿਮਦਾਬਾਦ ਦਾ। ਉਸ ਨੂੰ ਫਾਈਨ ਹੋਇਆ ਤੇ ਉਹਦੀ ਪਤਨੀ ਨੇ ਉਹਨੂੰ ਟੌਰਚਰ ਬਹੁਤ ਕੀਤਾ। ਜੱਜ ਨੇ ਜੁਰਮਾਨਾ ਕੀਤਾ ਕਿ ਪਤਨੀਆਂ ਪੂਜਣਯੋਗ ਹੁੰਦੀਆਂ ਨੇ, ਬਈ ਤੂੰ ਪਤਨੀ ਨੂੰ ਜਿਹੜਾ ਜ਼ੁਲਮ ਕਰਦਾ, ਤੇ ਉਹਨੂੰ ਜੁਰਮਾਨਾ ਕੀਤਾ ਗਿਆ। ਉਹਨੇ ਡਾਂਡੀ ਮਾਰਚ ਕੀਤਾ ਗਾਂਧੀ ਦੀ ਤਰ੍ਹਾਂ, ਪੈਸੇ ਇਕੱਠੇ ਕਰਤੇ ਡਾਂਡੀ ਤੱਕ ਕਿ ਮੈਂ ਪੈਸੇ ਮੰਗ ਕੇ ਜੁਰਮਾਨਾ ਭਰਾਂਗਾ। ਫਿਰ ਆਖਰ ਉਸ ਨੂੰ ਜਿਹੜਾ ਜੱਜ ਨੇ ਉਸ ਦੀ ਸਜ਼ਾ ਮਾਫ ਕੀਤੀ ਤੇ ਪਤਨੀ ਪੀੜਤ ਸੰਘ ਵੀ ਬਣ ਚੁੱਕੇ ਨੇ। ਚੰਡੀਗੜ੍ਹ ਵੀ ਹੈਗਾ 498 ਜਾਂ ਹੋਰ ਵਾਇਲੈਂਸ ਤੇ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਡਾਕਟਰ ਸਾਹਿਬ ਆਪਣਾ ਜਿਹੜਾ ਸਿੰਬਲ ਹੈ ਪਤਨੀ ਪੀੜਤ ਲੋਕਾਂ ਨੇ, ਇਹਨਾਂ ਨੇ ਆਪਣਾ ਸਿੰਬਲ ਕਾਂ ਰੱਖਿਆ ਹੋਇਆ। ਕਾਂ ਦੇ ਬਾਰੇ ਮਿੱਥ ਹੈ ਕਿ ਕੋਇਲ ਹੈ ਜਿਹੜੀ ਫੀਮੇਲ, ਉਹ ਬਹੁਤ ਚਲਾਕ ਹੈ, ਉਹ ਆਪਣੇ ਬੱਚੇ ਨਹੀਂ ਕੱਢਦੀ। ਉਹ ਕਾਂ ਜਿਹੜਾ ਐਡਾ ਸਿਆਣਾ, ਉਹਦੇ ਆਲਣੇ ਚ ਆਂਡੇ ਦੇ ਦਿੰਦੀ ਹੈ ਤੇ ਉਹਦੇ ਆਂਡੇ ਥੱਲੇ ਸਿੱਟ ਦਿੰਦੀ ਹੈ। ਜਿਹੜਾ ਮੇਲ ਕਾਂ ਆ ਉਹ ਕਾਲੇ ਰੰਗ ਦਾ ਹੁੰਦਾ, ਉਹ ਕਾਂ ਨੂੰ ਪ੍ਰਭਾਵਿਤ ਕਰਦਾ, ਉਹਦੇ ਆਲਣੇ ਚੋਂ ਭਜਾ ਕੇ ਲੈ ਜਾਂਦਾ। ਮੇਨ ਟਾਈਮ ਮੈਂ ਦੇਖਿਆ ਜਿਹੜੀ ਫੀਮੇਲ ਕੋਇਲ ਆ ਉਹ ਚਿਤਕਬਰੇ ਰੰਗ ਦੀ ਹੁੰਦੀ ਹੈ, ਬਲੈਕ ਨਹੀਂ ਹੁੰਦੀ, ਤੇ ਨਾ ਉਹ ਮਿੱਠਾ ਬੋਲਦੀ ਹੈ, ਤੇ ਉਹ ਕਾਂ ਦੇ ਆਲਣੇ ਚ ਉਨੇ ਹੀ ਆਂਡੇ ਦੇ ਦਿੰਦੀ ਹੈ ਜਿੰਨੇ ਪਹਿਲਾਂ ਹੁੰਦੇ ਆ। ਜਿਹੜੇ ਵਾਧੂ ਕਾਂ ਵਾਲੇ ਹੁੰਦੇ ਉਹ ਥੱਲੇ ਸਿੱਟ ਦਿੰਦੀ ਹੈ। ਕਾਂ ਉਹਦੇ ਬੱਚੇ ਕੱਢਦਾ ਤੇ ਮੁੜ ਕੇ ਉਹ ਆਪਣੇ ਬੱਚੇ ਲੈ ਕੇ ਆਰਾਮ ਨਾਲ ਨਿਕਲ ਜਾਂਦੀ ਹੈ। ਸੋ ਉਹ ਨਾ ਪਤਨੀ ਪੀੜਤ ਲੋਕਾਂ ਨੇ ਨਾ ਆਪਣਾ ਜਿਹੜਾ ਲੋਗੋ ਰੱਖਿਆ ਹੋਇਆ
ਉਹ ਕਾਂ ਦਾ ਰੱਖਿਆ ਹੋਇਆ, ਉਹਨਾਂ ਦਾ ਸੰਘ ਵੀ ਬਣਿਆ, ਦਫ਼ਤਰ ਬਣੇ ਨੇ ਉਹਨਾਂ ਦੇ। ਸੋ ਇਹ ਵੀ ਪੱਖ ਹੈ ਡਾਕਟਰ ਸਾਹਿਬ ਇੱਕ ਪਾਸੇ ਪਤਨੀ ਪੀੜਤਾਂ ਦਾ। ਬਿਲਕੁਲ, ਦੇਖੋ ਇੱਕ ਦਰਖਤ ਨੂੰ ਆਪਾਂ ਕਹੀਏ ਇੱਕੋ ਹੀ ਟਾਹਣ ਤੁਰੀ ਜਾਵੇ, ਨਹੀਂ ਹੁੰਦਾ, ਰੈਮੀਫਿਕੇਸ਼ਨ ਸਾਰੀਆਂ ਹੁੰਦੀਆਂ ਨੇ, ਬ੍ਰਾਂਚਿਸ ਹੁੰਦੀਆਂ ਨੇ, ਫਿਰ ਵੀ ਕੱਲੀ ਟਾਹਣੀ ਨਹੀਂ ਜੇ ਉੱਗ ਸਕਦੀ। ਇਹਦਾ ਮਤਲਬ ਇਹ ਵੱਡੀ ਪੱਧਰ ਤੇ ਸਮਾਜ ਦੀ ਜੜ ਤੇ ਤਣਾ ਜੇ ਠੀਕ ਰਹੇ ਤਾਂ ਫਿਰ ਟਾਹਣੀਆਂ ਸਾਈਡਾਂ ਤੋਂ ਕੱਟ ਕੇ ਉਹਨੂੰ ਬੜੀ ਸੋਹਣੀ ਸ਼ੇਪ ਦਿੱਤੀ ਜਾ ਸਕਦੀ ਹੈ। ਐਗਜ਼ੈਕਟਲੀ ਉਸੇ ਤਰ੍ਹਾਂ ਅਸੀਂ ਜੇ ਪਰਿਵਾਰ ਦੇ ਵਿੱਚ ਇੱਕ ਸਾਂਝੇ ਟੱਬਰ ਦੀ ਜੋ ਪਹਿਲਾਂ ਰੀਤ ਸੀ ਉਹਦੇ ਵਿੱਚ ਇੰਨੇ ਜ਼ਿਆਦਾ ਬਲਾਤਕਾਰ ਨਹੀਂ ਸੀ ਦਿਖਦੇ। ਮੈਂ ਇਨ ਡੈਪਥ ਸਟੱਡੀ ਦੀ ਗੱਲ ਕਰਨ ਲੱਗੀ ਹਾਂ ਹੁਣ, ਇਸ ਤੋਂ ਪਹਿਲਾਂ ਕਿ ਤੁਸੀਂ ਪੁੱਛੋ ਕਿ ਕੀ ਇਹਦਾ ਨਿਬੇੜਾ ਹੈ। ਉਹਦੇ ਵਿੱਚ ਈਵਨ ਵੈਸਟਰਨ ਕੰਟਰੀਜ਼ ਵਿੱਚ ਵੀ ਇਹਦੀ ਐਗਜ਼ਾਮਪਲ ਦਿੱਤੀ ਜਾਣ ਲੱਗ ਗਈ ਹੈ। ਜਦੋਂ ਸਾਂਝੇ ਟੱਬਰ ਹੁੰਦੇ ਸਨ, ਅੱਖ ਦੀ ਸ਼ਰਮ ਦੇ ਅਧੀਨ ਘਰ ਦੀਆਂ ਬੇਟੀਆਂ ਇੱਕ ਸਾਂਝੀ ਵਿਰਾਸਤ ਗਿਣਦਿਆਂ ਉਹਨਾਂ ਉੱਤੇ ਬਰਾਬਰ ਦੀ ਸਭ ਦੀ ਨਜ਼ਰ ਹੁੰਦੀ ਸੀ ਤੇ ਉਹਨਾਂ ਨਾਲ ਇਸ ਤਰੀਕੇ ਦਾ ਮਾੜਾ ਵਿਹਾਰ ਨਹੀਂ ਸੀ ਕੀਤਾ ਜਾਂਦਾ। ਸੋ ਉਹ ਅੱਖ ਦੀ ਜਿਹੜੀ ਡਰ ਜਿਹੜਾ ਹੁੰਦਾ ਸੀ, ਉਹ ਪਿਓ ਜੇ ਘਰ ਵਿੱਚ ਆਇਆ ਤਾਂ ਮੁੰਡਾ ਵੀ ਉਸੇ ਤਰ੍ਹਾਂ ਆਪਣਾ ਪਾਸੇ ਹੋ ਕੇ ਚੁੱਪ ਕਰਕੇ ਬਹਿ ਜਾਂਦਾ ਸੀ ਜਿਵੇਂ ਘਰ ਦੀਆਂ ਧੀਆਂ ਬਹਿੰਦੀਆਂ ਸਨ। ਸੋ ਇਹ ਚੀਜ਼ ਉਹਨਾਂ ਨੇ ਦੱਸਿਆ ਕਿ ਉੱਥੇ ਇਹ ਜਿੰਨਾ ਹੁਣ ਦਾ ਖੁੱਲਾ ਮਾਹੌਲ ਦੇ ਨਾਲ ਜਿਸ ਤਰੀਕੇ ਦੇ ਬਲਾਤਕਾਰ ਵੱਧ ਰਹੇ ਨੇ, ਇਹ ਉਦੋਂ ਉਹਨਾਂ ਟੱਬਰਾਂ ਵਿੱਚ ਜਾਂ ਜਦੋਂ ਗਲੀਆਂ ਵਿੱਚ ਅਸੀਂ ਸਾਂਝ ਹੁੰਦੀ ਸੀ ਤਾਂ ਉਹ ਸਮਾਜ ਦੀ ਸ਼ਰਮ ਹੀ ਖਾ ਜਾਂਦੀ ਸੀ ਕਿ ਨਹੀਂ ਇਹ ਚੀਜ਼ ਨਹੀਂ ਕਰਨੀ, ਸਾਡੀ ਗੁਆਂਢ ਦੀ ਵੀ ਘਰ ਧੀ ਜਾਂ ਭੈਣ ਹੀ ਹੈ, ਉਹ ਸਾਂਝੀ ਜੇ ਸਾਰਿਆਂ ਦੀ। ਜਿੱਥੇ ਅੱਜ ਦੀ ਗੀਤ ਸੰਗੀਤ ਵਿੱਚ ਖਿਮਾ ਕਰਿਓ, ਜਦੋਂ ਅਸੀਂ ਕਹਿੰਦੇ ਹਾਂ ਲੰਘ ਗਈ ਮਜਾਜਣ ਖਹਿ ਕੇ ਚੱਕ ਲੋ ਵਾਹਿਗੁਰੂ ਕਹਿ ਕੇ, ਯਾਨੀ ਅਸੀਂ ਤਾਂ ਰੱਬ ਨੂੰ ਵੀ ਉਹ ਚੱਕਣ ਦੇ ਵੱਲ ਨੂੰ ਲਾ ਕੇ ਤੁਰਨ ਨੂੰ ਅਸੀਂ ਇਹ ਗੀਤ ਸੰਗੀਤ ਵਿੱਚ ਵੀ ਕੁਝ ਜਿਸ ਤਰੀਕੇ ਦਾ ਲੱਚਰਪਨ ਲਿਆ ਕੇ ਖੜਾ ਕਰ ਦਿੱਤਾ, ਇਹਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਆ? ਕੌਣ ਜੇ ਜਿਹੜੀ ਸਾਡੀ ਵਿਰਾਸਤ, ਸਾਡਾ ਸਭ ਕੁਝ ਸਾਂਝ ਨੂੰ ਤੋੜਨ ਵੱਲ ਤੁਰਿਆ? ਅਸੀਂ ਹੀ ਗੁਨਾਹਗਾਰ ਹਾਂ ਜਿਹੜਾ ਅਸੀਂ ਉਸ ਪਾਸੇ ਨੂੰ ਤੁਰੇ ਹਾਂ। ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਵਧਣਗੀਆਂ, ਖਾਸ ਕਰਕੇ ਜਿਹੜੀਆਂ ਡਾਕਟਰ ਸਾਹਿਬ NRI ਬੱਚੀਆਂ ਨੇ ਉਹਨਾਂ ਦੇ ਮੁਤਲਕ ਰੁਝਾਨ ਦੇ ਵਿੱਚ ਥੋੜ੍ਹੀਆਂ ਤਬਦੀਲੀਆਂ ਨੇ, ਪਰ ਉੱਥੇ ਵੀ ਕਿਤੇ ਨਾ ਕਿਤੇ ਮੰਦਭਾਗੀਆਂ ਘਟਨਾਵਾਂ, ਸ਼ੋਸ਼ਣ ਕਿਤੇ ਨਾ ਕਿਤੇ ਉੱਥੇ ਵੀ ਹੋ ਰਿਹਾ, ਕੁਝ ਹੱਦ ਤੱਕ ਸ਼ੋਸ਼ਣ ਉਹ ਵੀ ਕਰਦੀਆਂ ਨੇ। ਅਸਲ ਦੇ ਵਿੱਚ ਮੁੱਕਦੀ ਗੱਲ ਕਿਸ ਪਾਸੇ ਨੂੰ ਸਾਨੂੰ ਜਾਣਾ ਚਾਹੀਦਾ ਹੈ ਜੀ? ਹੱਲ ਕੀ ਹੈ? ਦੇਖੋ, ਮੈਂ ਇੱਕ ਅਹਿਮ ਨੁਕਤਾ ਰਹਿ ਨਾ ਜਾਵੇ ਇਸੇ ਲਈ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਬੇਟੀਆਂ ਸਵੈ ਇੱਛਾ ਨਾਲ ਆਪਣਾ ਸਰੀਰ ਦੀ ਵਰਤੋਂ ਕਰਦੀਆਂ ਨੇ। ਸੋ ਉਹਨਾਂ ਵਿੱਚੋਂ ਕੁਝ ਅਜਿਹੀਆਂ ਵੀ ਨੇ ਜਿਹੜੀਆਂ ਜਾਣ ਬੁੱਝ ਕੇ ਕਿਸੇ ਨੂੰ ਫਸਾਉਣ ਦੇ ਚੱਕਰ ਵਿੱਚ ਆਪਣੇ ਜਿਸਮ ਦੀ ਵਰਤੋਂ ਵੀ ਕਰਦੀਆਂ ਨੇ। ਸੋ ਜਿਵੇਂ ਝੂਠੇ ਕੇਸ ਦਾਜ ਦੇ ਪੈ ਜਾਂਦੇ ਨੇ, ਉਸੇ ਤਰ੍ਹਾਂ ਝੂਠੇ ਬਲਾਤਕਾਰ ਦੇ ਕੇਸ ਵੀ ਦਿਸ ਰਹੇ ਨੇ। ਪਰ ਇਹ ਗਿਣਤੀ ਕਿਉਂਕਿ ਅਸਲ ਨਾਲੋਂ ਕਿਤੇ ਘੱਟ ਏ, ਪਰ ਉਹਦਾ ਨੁਕਸਾਨ ਇਹ ਹੁੰਦਾ ਜੇ ਕਿ ਸਮੁੱਚੇ ਸਮਾਜ ਨੂੰ ਇੱਕ ਸੁਨੇਹਾ ਜਾਂਦਾ ਜੇ ਇੱਕ ਸ਼ੱਕ ਦਾ ਕਿ ਜੇ ਅਸਲ ਵੀ ਕਿਸੇ ਦਾ ਬਲਾਤਕਾਰ ਹੋਇਆ ਤਾਂ ਭਾਈ ਪਤਾ ਨਹੀਂ ਇਹ ਸੱਚ ਹੈ ਜਾਂ ਨਹੀਂ। ਸੋ ਇਹ ਚੀਜ਼ ਜਿਹੜੀ ਸੱਚਮੁੱਚ ਅੱਜ ਕੁਝ ਵੀ ਪੋਜ਼ਿਟਿਵ ਸਟੈਪ ਚੱਕਣ ਵਿੱਚ ਬਹੁਤ ਦਿੱਕਤ ਕਰ ਰਹੀ ਹੈ। ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਦੀ ਹਾਂ ਕਿ ਮੈਨੂੰ ਵੀ ਜਦੋਂ ਕੋਈ ਇਹੋ ਜਿਹੀ ਬੇਟੀ ਗੱਲ ਕਰਦੀ ਹੈ ਤਾਂ ਮੇਰੇ ਵੀ ਪਹਿਲੀ ਸ਼ੰਕਾ ਇਹ ਉੱਠਦੀ ਹੈ ਵੀ ਸੱਚ ਵੀ ਹੈ ਤਾਂ ਹੀ ਮਦਦ ਲਈ ਤੁਰਾਂ। ਸੋ ਇਹ ਚੀਜ਼ ਜਿਹੜੀ ਸਾਨੂੰ ਇੱਕ ਸਟੈਪ ਜਿਹੜੀ ਹਿਚਕਿਚਾਹਟ ਦਾ ਸ਼ੁਰੂ ਕਰ ਦਿੰਦੀ ਜੇ ਬੇਟੀਆਂ ਨੂੰ ਮੇਰੀ ਬੇਨਤੀ ਹੋਈ ਹੈ ਕਿ ਜੇ ਇਸ ਤਰ੍ਹਾਂ ਦੇ ਝੂਠੇ ਸ਼ਿਕੰਜੇ ਨਾ ਕੱਸਣ ਤਾਂ ਜਿਹੜੀਆਂ ਅਸਲ ਵਿਚਾਰੀਆਂ ਜਿਹੜੀਆਂ ਪੀਸੀਆਂ ਜਾ ਰਹੀਆਂ ਨੇ ਉਹਨਾਂ ਲਈ ਹਮਾਇਤ ਲਈ ਜ਼ਰੂਰ ਬਹੁਤ ਸਾਰੇ ਲੋਕ ਆਣਗੇ। NGO ਜ਼ਰੂਰ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ, ਕਿਉਂਕਿ ਇੱਕ ਵਾਰ ਦਾ ਜਿਹੜਾ ਸ਼ਿਕਾਰ ਇਸ ਤਰੀਕੇ ਦੀ ਹੋ ਜਾਂਦੀ ਹੈ ਬੇਟੀ, ਉਹ ਉਮਰ ਭਰ ਲਈ ਨਕਾਰਾ ਹੋ ਜਾਂਦੀ ਹੈ, ਮਾਨਸਿਕ ਰੋਗੀ ਹੋ ਜਾਂਦੀ ਹੈ। ਸੋ ਉਸ ਨੂੰ ਵਾਪਸ ਸਮਾਜ ਨੇ ਤਾਂ ਕੀ ਅਪਣਾਉਣਾ ਹੈ, ਪਰ ਉਹਨੂੰ ਆਪਣੇ ਜੋਗੀ ਬਣਾ ਦਈਏ। ਮੁੰਬਈ ਦੇ ਵਿੱਚ ਜੇ ਉਹ ਇੰਨਾ ਕੁ ਹਿੰਮਤ ਵਿਖਾ ਸਕੇ ਸਨ ਕਿ ਉਹਨਾਂ ਨੇ ਰੈਂਪ ਵਾਕ ਕਰਕੇ ਦਿਖਾ ਦਿੱਤਾ ਰੇਪ ਪੀੜਤਾਂ ਦਾ, ਈਵਨ ਐਸਿਡ ਅਟੈਕ ਵਾਲੀਆਂ ਦਾ ਵੀ, ਇਹਨਾਂ ਦਾ ਰੇਪ ਪੀੜਤਾਂ ਦਾ ਵੀ। ਪੰਜਾਬੀ ਜਿਹੜੇ ਕਿ ਹਮੇਸ਼ਾ ਮੋਹਰੀ ਹੁੰਦੇ ਨੇ, ਕਿਉਂ ਨਹੀਂ ਇਸ ਤਰ੍ਹਾਂ ਦੀ NGO ਬਣਾਉਂਦੇ ਕਿ ਅਸੀਂ ਉਹਨਾਂ ਦੀ ਮੈਂਟਲ ਸਪੋਰਟ ਵੀ ਬਣਾਂਗੇ, ਸਾਈਕੋਲੋਜੀਕਲ ਸਪੋਰਟ ਵੀ ਬਣਾਂਗੇ, ਵਾਪਸ ਸਮਾਜ ਵਿੱਚ ਉਹਨਾਂ ਨੂੰ ਇੱਜ਼ਤ ਨਾਲ ਕੰਮ ਕਰਨ ਜੋਗੀਆਂ ਵੀ ਬਣਾਵਾਂਗੇ। ਉਹਨਾਂ ਨੂੰ ਜੇ ਪੈਸੇ ਧੇਲੇ ਦੀ ਲੋੜ ਹੈ ਉਹਦੀ ਅਸੀਂ ਸਾਰੇ ਜ਼ਰੂਰ ਖੁੱਲ ਕੇ ਮਦਦ ਕਰਾਂਗੇ। ਜੇ ਇਸ ਤਰੀਕੇ ਦਾ ਅਸੀਂ ਵੀ ਸੋਚ ਉਸ ਪਾਸੇ ਨੂੰ ਉਸਾਰੂ ਰੱਖੀਏ ਤਾਂ ਵਾਕਈ ਪੰਜਾਬੀ ਤਾਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣ ਫਿਰ ਉਹ ਸਿਰਾ ਹੀ ਲਾ ਕੇ ਛੱਡਦੇ ਨੇ। ਤਾਂ ਮੇਰਾ ਖਿਆਲ ਹੈ ਕਿ ਅਸੀਂ ਪੂਰੇ ਦੁਨੀਆ ਭਰ ਵਿੱਚ ਮੋਹਰੀ ਵਜੋਂ ਸਾਬਤ ਹੋਵਾਂਗੇ। ਅਸੀਂ ਲੋੜ ਵੇਲੇ ਲੰਗਰ ਲਾਉਣ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਸਕਦੇ ਹਾਂ, ਤਾਂ ਪੀੜਤ ਔਰਤਾਂ ਦੀ ਮਦਦ ਲਈ ਅਸੀਂ ਕਿਉਂ ਨਹੀਂ ਜਾਗ ਰਹੇ? ਹਾਂ, ਉਹ ਦੇਖੋ ਕਈ ਇਸ ਸਿਲਸਿਲੇ ਦੇ ਵਿੱਚ ਕਈ ਬਾਬੇ ਕਰਦੇ ਆ, ਉਹਨਾਂ ਦਾ ਮੋਟਿਵ ਭਾਵੇਂ ਕੁਛ ਹੋਰ ਸੀ, ਭਾਵੇਂ ਆਪ ਖੁਦ ਇਦਾਂ ਦੇ ਦੋਸ਼ਾਂ 'ਚ ਅੰਦਰ ਗਏ ਨੇ, ਪਰ ਉਹਨਾਂ ਨੇ ਵੀ ਜਿਹੜੀਆਂ ਸੈਕਸ ਵਰਕਰ ਸੀ ਉਹਨਾਂ ਨੂੰ ਕੀਤਾ। ਇੱਕ ਡਾਕਟਰ ਸਾਹਿਬ ਜਾਂਦੇ
ਕੁਝ ਲੋਕ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਸੈਕਸ ਵਰਕਰ ਨਹੀਂ ਹੈ, ਪਰ ਦਿੱਲੀ 'ਚ ਸੈਕਸ ਟ੍ਰੇਡ ਹੋ ਰਿਹਾ, GB ਰੋਡ ਹੈ, ਹੋਰ ਹੈ, ਬੰਬੇ ਹੈ, ਸੋਨਾਗਾਚੀ ਹੈ, ਕੋਲਕਾਤੇ ਦੇ ਵਿੱਚ, ਉੱਥੇ ਵੀ ਇਹ ਘਟਨਾਵਾਂ ਨਹੀਂ ਰੁਕ ਰਹੀਆਂ। ਜਿਹੜਾ ਇਹ ਲੌਜਿਕ ਦੇਣਾ ਕਿ ਵਿਦੇਸ਼ ਦੀ ਤਰਜ਼ ਤੇ ਇੱਥੇ ਸੈਕਸ ਵਰਕਰ ਹੋਣ ਤਾਂ ਸ਼ਾਇਦ ਇਹ ਰੁਕ ਸਕਦਾ, ਪਰ ਇਹ ਸਿਸਟਮ ਵਿਦੇਸ਼ 'ਚ ਜਾਂ ਇੰਡੀਆ 'ਚ ਜੇ ਲਾਗੂ ਹੁੰਦਾ, ਜਿੱਥੇ ਚੱਕਲੇ ਨੇ ਉੱਥੇ ਕੋਠੇ ਨੇ, ਜਿੱਥੇ ਉੱਥੇ ਵੀ ਇਹ ਬਲਾਤਕਾਰ, ਦਿੱਲੀ 'ਚ ਬਥੇਰਾ ਕੁਝ ਹੁੰਦਾ, ਉੱਥੇ ਸੈਕਸ ਵਰਕਰ ਵੀ ਨੇ। ਇਹ ਤਾਂ ਕੋਈ ਲੌਜਿਕ ਨਹੀਂ ਹੈ ਕਿ ਸੈਕਸ ਵਰਕਰ ਹੋਣ ਤਾਂ ਇਹ ਚੀਜ਼ਾਂ ਨਾ ਹੋਣ। ਜੀ ਡਾਕਟਰ ਸਾਹਿਬ, ਕੋਈ ਹੋਰ ਵਿਚਾਰ ਹੋਵੇ ਤਾਂ ਉਹ ਵੀ ਸਮਾਪਤੀ ਕਰ ਦਿਓ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਸੈਕਸ ਵਰਕਰ ਜੇ ਬਾਹਰ ਨੇ ਤਾਂ ਫਿਰ 1.5 ਲੱਖ ਕੁੜੀ ਕਿਉਂ ਫੜੀ ਗਈ? ਬਿਲਕੁਲ ਹੀ ਇਹ ਤਾਂ ਗਲਤ ਸੋਚ ਹੈ। ਜੇ ਕੋਈ ਇਸ ਪਾਸੇ ਨੂੰ ਤੁਰ ਪਿਆ ਤੇ ਮੈਨੂੰ ਇਹ ਦੱਸ ਦਿਓ, ਪੰਜਾਬ ਦਾ ਕਿਹੜਾ ਹਿੱਸਾ, ਜਾਂ ਦੇਖੋ ਨਾ ਡਾਕਟਰ ਕੋਲੋਂ ਢਿੱਡ ਨਹੀਂ ਲੁਕਦਾ ਹੁੰਦਾ, ਜਾਂ ਪੂਰੇ ਹਿੰਦੁਸਤਾਨ ਦਾ ਕਿਹੜਾ ਹਿੱਸਾ ਜੇ ਜਿੱਥੇ ਸੈਕਸ ਵਰਕਰਸ ਨਹੀਂ ਹਨ, ਜਿਨ੍ਹਾਂ ਨੂੰ ਜਾਂ ਤਾਂ ਜਬਰੀ ਉਸ ਪਾਸੇ ਨੂੰ ਤੋਰਿਆ ਹੋਏ, ਜਾਂ ਫਿਰ ਕਾਲਜ ਦੀਆਂ ਸਟੂਡੈਂਟਸ ਜਿਹੜੀਆਂ ਆਪਣੀ ਮਰਜ਼ੀ ਨਾਲ ਪੈਸਾ ਸੌਖਾ ਲੈਣ ਵਾਸਤੇ ਜਿਸ ਤਰੀਕੇ ਦੀਆਂ ਇੱਥੇ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਵਪਾਰ, ਮੈਨੂੰ ਨਹੀਂ ਲੱਗਦਾ ਕੋਈ ਅੱਖਾਂ ਬੰਦ ਕਰਕੇ ਤੁਰਦਾ ਹੋਏਗਾ ਜਿਹਨੂੰ ਨਾ ਪਤਾ ਹੋਏ। ਵਰਨਾ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਇਹ ਚੀਜ਼ ਨਹੀਂ ਰੁਕੀ ਹੋਈ, ਤੇ ਨਾ ਹੀ ਤੁਸੀਂ ਇੱਥੇ ਪੂਰੇ ਹਿੰਦੁਸਤਾਨ ਦੇ ਕਿਸੇ ਹਿੱਸੇ ਵਿੱਚ ਇਹ ਕਹਿ ਸਕੋ ਕਿ ਉੱਥੇ ਨਹੀਂ ਹਨ। ਸੈਕਸ ਵਰਕਰਸ ਬਿਲਕੁਲ ਅਵੇਲੇਬਲ ਹਨ, ਤੇ ਉਹ ਹੁਣ ਤਾਂ ਆਨਲਾਈਨ ਤੱਕ ਵੀ ਅਵੇਲੇਬਿਲਿਟੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਜਿਹੜੀਆਂ ਕੁਝ ਕਾਲਜ ਗਰਲਸ ਨੇ ਕਿ ਇਸ ਤਰੀਕੇ। ਸੋ ਆਪਾਂ ਇਸ ਚੀਜ਼ ਤੋਂ ਲੁਕਾ ਕੋਈ ਨਹੀਂ। ਉਹਦੇ ਬਾਵਜੂਦ ਇੰਨੇ ਬਲਾਤਕਾਰ ਹੋਣੇ ਕਿ ਭਾਰਤ ਦੀ ਨੈਸ਼ਨਲ ਰਿਪੋਰਟ ਕਵੇ ਕਿ ਹਰ 5 ਮਿੰਟ ਵਿੱਚ ਇੱਕ ਨਾ ਇੱਕ ਔਰਤ ਕਿਤੇ ਨਾ ਕਿਤੇ ਬਲਾਤਕਾਰ ਦਾ ਸ਼ਿਕਾਰ ਹੋ ਰਹੀ ਹੈ, ਤਾਂ ਸਮਝ ਸਕਦੇ ਹਾਂ ਕਿ ਮਾਨਸਿਕਤਾ ਸਾਡੀ ਵਿਗੜੀ ਹੋਈ ਹੈ। ਸੋ ਕੱਲੀਆਂ ਸੈਕਸ ਵਰਕਰਸ ਨਾਲੇ ਬਿਲਕੁਲ ਕਾਬੂ ਵਿੱਚ ਨਹੀਂ ਆਉਣ ਲੱਗਾ। ਇਹ ਭੁੱਖ ਜਿਹੜੀ ਸਰੀਰਕ ਭੁੱਖ ਹੈ, ਇਹਨੂੰ ਠੀਕ ਕਰਨ ਲਈ ਜਿਵੇਂ ਮੈਂ ਦੱਸਿਆ ਕਿ ਸਾਨੂੰ ਬਚਪਨ ਤੋਂ ਹੀ, ਜੇ ਦਰਖਤ ਹੀ ਟੇਢਾ ਉੱਗ ਗਿਆ ਉਹ ਠੀਕ ਨਹੀਂ ਜੇ ਹੋਣਾ, ਜੜ ਤੋਂ ਹੀ ਸਿੱਧਾ ਕਰਨਾ ਪੈਣਾ, ਤਾਂ ਹੀ ਅਸੀਂ ਇਹ ਸਹੀ ਕੁਝ ਕਰ ਸਕਾਂਗੇ। ਜੀ ਸੋ ਡਾਕਟਰ ਹਰਸ਼ਿੰਦਰ ਕੌਰ ਭੈਣਾਂ ਨੇ ਬਹੁਤ ਬਹੁਤ ਧੰਨਵਾਦ ਇਸ ਬੜੇ ਸੰਜੀਦਾ ਵਿਸ਼ੇ ਤੇ ਤੁਸੀਂ ਵਿਸਤਾਰ ਕੀਤਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਸਨ ਡਾਕਟਰ ਹਰਸ਼ਿੰਦਰ ਕੌਰ ਜੀ। ਹਰ ਸੋਮਵਾਰ ਆਪਣੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ। ਅੱਜ ਕਿਸੇ ਕਾਰਨ ਵੀਡੀਓ ਨਹੀਂ ਹੋ ਸਕਿਆ, ਇਹਨਾਂ ਦੀ ਮਸ਼ਰੂਫੀਅਤ ਸੀ, ਸੋ ਅਗਲੀ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗੇ। ਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਦੇਵਾਂਗੇ। ਆਪਣੇ ਰੇਡੀਓ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਲਾਈਵ ਸੁਣਦੇ ਹੋ। ਤੇ ਆਪਣੀ ਵੈਬਸਾਈਟ ਹੈ tivanaradio.com, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਇੰਸਟਾਲ ਕਰੋ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰ ਦਿਓ, ਬੈਲ ਆਈਕਨ ਦਬਾ ਦਿਓ। ਇਸ ਪ੍ਰੋਗਰਾਮ ਦਾ ਫੇਸਬੁੱਕ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਵਾਉਣਾ, ਜਾਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਨੀ ਹੈ ਤਾਂ ਆਪਣਾ ਉਹੀ ਸਟੂਡੀਓ ਵਾਲਾ ਨੰਬਰ ਹੈ 9876309655। ਆਪਣੀ ਵੈਬਸਾਈਟ ਹੈ tivanaradio.com। ਧੰਨਵਾਦ।